ਹੈਲੋ ਸਟੂਡੈਂਟਸ, ਕਿਵੇਂ ਹੋ ਤੁਸੀਂ ਸਾਰੇ ਬੱਚੋ। ਅੱਜ ਅਸੀਂ ਕਰਾਂਗੇ ਕਲਾਸ 12th ਦਾ ਪੰਜਾਬ ਬੋਰਡ ਸਕੂਲ। ਇਹਦੀ ਫਸਟ ਪੋਇਮ ਕਰਾਂਗੇ ਇਸ ਸਿਲੇਬਸ ਦੀ। ਨਾਮ ਹੈਗਾ ਸਾਡੀ ਪੋਇਮ ਦਾ ਪ੍ਰੇਅਰ ਆਫ ਦਾ ਵੁੱਡਸ, ਰਿਟਨ ਬਾਏ ਐਨੋਨਿਮਸ। ਐਨੋਨਿਮਸ ਕੀ ਹੁੰਦਾ? ਲਾਈਕ ਅਨਨੋਨ ਪੋਇਟ, ਜਿਹਦੇ ਬਾਰੇ ਆਪਾਂ ਨੂੰ ਨਹੀਂ ਪਤਾ, ਲਾਈਕ ਪੋਇਟ ਦਾ ਨਾਮ ਸਾਨੂੰ ਨਹੀਂ ਪਤਾ। ਸੋ ਇਹਦੇ ਵਿੱਚ ਕਹਿ ਕੀ ਰਹੇ ਆ? ਇਹਦੇ ਵਿੱਚ ਇਹ ਕਹਿੰਦੇ ਪਏ ਆ ਕਿ ਜਿਹੜੀਆਂ ਵੁੱਡਸ ਆ, ਵੁੱਡਸ ਦੁਆਰਾ ਕੀ ਕਰੀ ਜਾ ਰਹੀ ਆ? ਇੱਕ ਪ੍ਰਾਰਥਨਾ ਕਰੀ ਜਾ ਰਹੀ ਆ। ਠੀਕ ਹੈ, ਪ੍ਰੇਅਰ ਆਫ ਦਾ ਵੁੱਡਸ, ਕਿ ਵੁੱਡਸ ਜਿਹੜੇ ਆ, ਵੁੱਡਸ ਕੀ ਹੁੰਦਾ? ਜੰਗਲ। ਜੰਗਲ ਕੀ ਕਰ ਰਹੇ ਆ? ਪ੍ਰਾਰਥਨਾ ਕਰ ਰਹੇ ਆ, ਪ੍ਰੇਅਰ ਕਰ ਰਹੇ ਆ। ਸੋ ਪਹਿਲਾਂ ਪੋਇਮ ਨੂੰ ਸਟਾਰਟ ਕਰਦੇ ਆ। I am the heat of the hearth. hearth ਕੀ ਹੁੰਦੀ ਆ? ਅੰਗੀਠੀ। ਹੀਟ ਕੀ ਹੁੰਦਾ? ਨਿੱਘ, ਗਰਮੀ। I am the heat of your hearth on the cold winter nights. cold winter nights ਮਤਲਬ ਸਰਦੀ ਦੀ ਰਾਤ ਦੀ ਗੱਲ ਕੀਤੀ ਆ। ਕਹਿੰਦੇ ਮੈਂ ਤੁਹਾਡੀ ਹੈਰਥ ਹੁੰਦਾ ਅੰਗੀਠੀ। ਅੰਗੀਠੀ ਦੇ ਵਿੱਚ ਕੀ ਆ? ਬਲਦੀ ਹੋਈ ਹੀਟ ਆ, ਜਿਹੜੀ ਕਿ ਤੁਹਾਨੂੰ ਨਿੱਘ ਦਿੰਦੀ ਹੈ। ਕਦੋਂ ਦਿੰਦੀ ਆ ਤੁਹਾਨੂੰ? ਵਿੰਟਰ ਨਾਈਟਸ ਨੂੰ, ਮਤਲਬ ਸਰਦੀਆਂ ਦੀਆਂ ਰਾਤਾਂ ਨੂੰ। ਇਹ ਗੱਲ ਕੌਣ ਕਹਿ ਰਿਹਾ? ਇਹ ਕਹਿ ਰਹੇ ਆ ਵੁੱਡਸ, ਦਰਖਤ, ਜੰਗਲ ਕਹਿ ਰਹੇ ਆ ਇਹ ਗੱਲ। ਉਹ ਆਪਣੀ ਇੰਪੋਰਟੈਂਸ ਦੱਸਦੇ ਆ ਸਾਨੂੰ ਇਸ ਪੋਇਮ ਦੇ ਵਿੱਚ। ਠੀਕ ਹੈ। ਸੈਕਿੰਡਲੀ ਉਹ ਕਹਿੰਦੇ ਆ the friendly shade screening you from the summer sun. friendly shade ਮਤਲਬ ਜਿਹੜੀ ਸਾਨੂੰ ਚੰਗੀ ਲੱਗਦੀ ਆ। friendly shade ਲਾਈਕ ਜਿਹੜੀ ਸਾਡੇ ਲਈ ਅੱਛੀ ਆ, ਸਾਨੂੰ ਵਧੀਆ ਲੱਗਦੀ ਆ, ਠੰਡਕ ਜਿਹੀ ਦਿੰਦੀ ਆ। friendly shade ਹੁੰਦਾ ਛਾਂ। ਸਕਰੀਨਿੰਗ ਹੁੰਦਾ ਛਿਣ ਕੇ ਲੰਘਣਾ, ਯਾਨੀ ਕਿ ਜਿੱਦਾਂ ਪੱਤੇ ਹੋਣ ਦਰਖਤ ਦੇ, ਅਸੀਂ ਦਰਖਤ ਦੇ ਥੱਲੇ ਬੈਠੇ ਹਾਂ ਤਾਂ ਜਿਹੜੀ ਸੂਰਜ ਦੀ ਕਹਿੰਦੇ ਗਰਮ ਹਵਾ ਆ, ਉਹ ਤੁਹਾਨੂੰ ਛਿਣ ਕੇ ਤੁਹਾਡੇ ਤੱਕ ਪਹੁੰਚਦੀ, ਮਤਲਬ ਤੁਹਾਨੂੰ ਗਰਮੈਸ਼ ਨਹੀਂ ਦਿੰਦੀ। ਉਹਦੇ ਵਿੱਚ ਗਰਮੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਆ। The friendly shade screening you from the summer sun. ਕਹਿੰਦੇ ਇਹ ਛਿਣ ਕੇ ਜਿਹੜੀ ਤੁਹਾਨੂੰ ਸਮਰ ਸਨ ਦੇ ਵਿੱਚ ਧੁੱਪ ਮਿਲਦੀ ਆ ਸਾਡੇ ਤੋਂ, ਦਰਖਤਾਂ ਤੋਂ। And my fruits are refreshing draughts, quenching your thirst as you journey on. journey ਕੀ ਹੁੰਦਾ? ਯਾਤਰਾ। quenching ਕੀ ਹੁੰਦਾ? ਬੁਝਾਉਣਾ। thoughts ਕੀ ਹੁੰਦਾ? ਘੁੱਟਣਾ। ਤੇ ਰਿਫਰੈਸ਼ਿੰਗ ਮਤਲਬ ਤਾਜ਼ਗੀ। ਕਹਿੰਦੇ ਜਦੋਂ ਅਸੀਂ ਕਿਸੇ ਯਾਤਰਾ 'ਤੇ ਜਾਂਦੇ ਹਾਂ, ਉਦੋਂ ਇਹਦੇ ਜਿਹੜੇ ਫਰੂਟਸ ਆ, ਕਹਿੰਦਾ ਮਾਈ ਫਰੂਟਸ, ਮੇਰੇ ਜਿਹੜੇ ਫਲ ਆ, ਉਹ ਤੁਹਾਨੂੰ ਕੀ ਦਿੰਦੇ ਆ? ਤਾਜ਼ਾ ਰਸ ਦਿੰਦੇ ਆ, ਜਿਹੜਾ ਕਿ ਤੁਹਾਡੀ ਪਿਆਸ ਨੂੰ ਬੁਝਾਉਂਦਾ ਆ। I am the beam that holds your house. beam ਕੀ ਹੁੰਦਾ? ਬਾਲਾ, ਲੱਕੜੀ ਦਾ ਬਾਲਾ। I am the wheel that holds your house. ਮੈਂ ਬਾਲਾ ਹੈ ਲੱਕੜੀ ਦਾ, ਜਿਹਨੇ ਤੁਹਾਡੇ ਘਰ ਨੂੰ ਸੰਭਾਲ ਕੇ ਰੱਖਿਆ ਹੋਇਆ, ਮਤਲਬ ਕਿ ਇੱਕਦਮ ਮਜ਼ਬੂਤੀ ਦੇ ਨਾਲ ਉਹਨੂੰ ਕੰਟਰੋਲ ਕੀਤਾ, ਤੁਹਾਡੇ ਘਰ ਦੀ ਛੱਤ ਨੂੰ। The board of your table. board ਕੀ ਹੁੰਦਾ? ਫੱਟਾ। ਸਾਡੇ ਟੇਬਲ ਦਾ ਕੀ ਆ? ਮੈਂ ਕਹਿੰਦਾ ਤੁਹਾਡੇ ਟੇਬਲ ਦਾ ਮੈਂ ਕੀ ਆ? ਫੱਟਾ ਆ। The bed on which you lie. ਉਹ ਬਿਸਤਰਾ ਆ, ਉਹ ਬੈੱਡ ਆ, ਮੈਂ ਉਹ ਮੰਜਾ ਆ ਜਿਹਦੇ ਉੱਤੇ ਤੁਸੀਂ ਕੀ ਕਰਦੇ ਹੋ? ਸੌਂਦੇ ਹੋ, ਆਰਾਮ ਕਰਦੇ ਹੋ। ਐਂਡ ਦਾ ਟਿੰਬਰ ਦੈਟ ਬਿਲਟ ਯਰ ਬੋਟ. ਟਿੰਬਰ ਮਤਲਬ ਸ਼ਤੀਰ। ਕਹਿੰਦੇ ਉਹ ਟਿੰਬਰ ਆ, ਉਹ ਸ਼ਤੀਰ ਆ, ਜਿਹਨੇ ਕੀ ਆ? ਬੋਟ ਬਣਾਈ ਹੋਈ ਹੈ, ਕਿਸ਼ਤੀ, ਜਿਹਦੇ ਵਿੱਚ ਤੁਸੀਂ ਤੈਰਦੇ ਆ ਬੈਠ ਕੇ। ਇਹ ਸਾਰੀਆਂ ਗੱਲਾਂ ਸਾਨੂੰ ਵੁੱਡਸ ਕਹਿ ਰਹੇ ਆ, ਜੰਗਲ ਕਹਿ ਰਹੇ ਆ। ਜੰਗਲ ਆਪਣੀ ਇੰਪੋਰਟੈਂਸ ਦੱਸ ਰਹੇ ਸਾਨੂੰ, ਫਸਟ ਦੇ ਵਿੱਚ ਵੀ ਐਂਡ ਸੈਕਿੰਡ ਪੈਰਾ 'ਚ ਵੀ। ਥਰਡ ਦੇਖੋ, I am the handle of your hoe. hoe ਕੀ ਹੁੰਦਾ? ਖੁਰਪਾ ਕਹਿ ਲਓ, ਰੰਬਾ ਕਹਿ ਲਓ। ਠੀਕ ਹੈ। ਕਹਿੰਦਾ ਮੈਂ ਤੁਹਾਡੇ ਖੁਰਪੇ ਦਾ, ਤੁਹਾਡੇ ਰੰਬੇ ਦਾ ਕੀ ਆ? ਮੈਂ ਹੈਂਡਲ ਆ। ਲੱਕੜੀ ਦਾ ਬਣਿਆ ਹੁੰਦਾ ਨਾ ਉਹ। The door of your homestead, the wood of your cradle. cradle ਕੀ ਹੁੰਦਾ? ਝੂਲਣਾ। ਝੂਲਾ ਕੀ ਹੁੰਦਾ? ਜਿਹਦੇ ਵਿੱਚ ਅਸੀਂ ਛੋਟੇ ਜਿਹੇ ਬੇਬੀ ਨੂੰ ਕੀ ਆ? ਝੂਟੇ ਦਿੰਦੇ ਆ, ਉਹਨਾਂ ਦਾ ਕ੍ਰੈਡਲ ਹੁੰਦਾ ਨਾ। ਉਹ ਬੇਬੀ ਨੂੰ ਮੋਸਟਲੀ ਆਪਾਂ ਉਹਦੇ ਵਿੱਚ ਹੀ ਰੱਖਦੇ ਹਾਂ, ਪਾਲਣੇ ਦੇ ਵਿੱਚ। ਕਹਿੰਦਾ ਮੈਂ ਤੁਹਾਡੇ ਹੋਮਸਟੈਡ ਦਾ, ਤੁਹਾਡੇ ਗ੍ਰਹਿ ਦਾ, ਤੁਹਾਡੇ ਫਾਰਮ ਹਾਊਸ ਦਾ ਕੀ ਆ? ਦਰਵਾਜ਼ਾ ਆ। ਤੇ ਮੈਂ ਲੱਕੜੀ ਵੀ ਆ। ਕਾਹਦੀ? ਤੁਹਾਡੇ ਕ੍ਰੈਡਲ ਦੀ, ਤੁਹਾਡੇ ਝੂਲੇ ਦੀ ਮੈਂ ਲੱਕੜੀ ਵੀ ਆ। ਐਂਡ ਦ ਸ਼ੈਲ ਆਫ ਯਰ ਕਫਨ. ਕਫਨ ਕੀ ਹੁੰਦਾ ਆ?
ਕਫਨ ਹੁੰਦਾ ਤਾਬੂਤ, ਜਿਹਦੇ ਵਿੱਚ ਡੈੱਡ ਬੋਡੀ ਨੂੰ ਰੱਖਿਆ ਜਾਂਦਾ ਆ। ਸ਼ੈਲ ਕੀ ਹੁੰਦਾ? ਖੋਲ, ਕਵਰ, ਕਵਰ ਕਹਿ ਸਕਦੇ ਹਾਂ ਆਪਾਂ, ਜਿਹੜਾ ਬਕਸਾ ਜਿਹਾ ਬਣਿਆ ਹੁੰਦਾ ਨਾ ਉਹ। ਕਹਿੰਦਾ ਮੈਂ ਹੀ ਤੁਹਾਡੇ ਕ੍ਰੈਡਲ ਦੀ ਲੱਕੜੀ ਆ, ਅਤੇ ਮੈਂ ਹੀ ਤੁਹਾਡੀ ਮਤਲਬ ਕ੍ਰੈਡਲ ਯਾਨੀ ਕਿ ਤੁਹਾਡਾ, ਉਹਦਾ ਕਹਿਣ ਦਾ ਇੱਥੇ ਇਹ ਮਤਲਬ ਆ ਕਿ ਬਚਪਨ ਤੋਂ ਲੈ ਕੇ ਜਦੋਂ ਤੁਹਾਡਾ ਜਨਮ ਹੁੰਦਾ ਉਦੋਂ ਜਿਹੜੇ ਕ੍ਰੈਡਲ 'ਤੇ ਤੁਸੀਂ ਪੈਂਦੇ ਆ, ਸੌਂਦੇ ਆ, ਉਹ ਕ੍ਰੈਡਲ ਮੇਰੇ ਤੋਂ ਬਣਿਆ ਆ, ਲੱਕੜੀ ਤੋਂ ਬਣਿਆ। ਅਤੇ ਜਦੋਂ ਤੁਹਾਡੀ ਡੈਥ ਹੋ ਜਾਂਦੀ ਆ ਉਦੋਂ ਜਿਹੜੇ ਕਫਨ ਦੇ ਵਿੱਚ, ਜਿਹੜੇ ਤਾਬੂਤ ਦੇ ਕਵਰ ਦੇ ਵਿੱਚ ਤੁਹਾਨੂੰ, ਜਿਹੜੀ ਸ਼ੈਲ ਦੇ ਵਿੱਚ ਤੁਹਾਨੂੰ ਰੱਖਿਆ ਜਾਂਦਾ, ਉਹ ਵੀ ਲੱਕੜੀ ਦਾ ਬਣਿਆ, ਜਿਹੜਾ ਕਿ ਮੇਰੇ ਦੁਆਰਾ ਬਣਿਆ। ਸੋ ਤੁਹਾਡੇ ਜ਼ਿੰਦਗੀ ਦੇ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਮੈਂ ਤੁਹਾਡੇ ਕੰਮ ਆਉਂਦਾ ਹਾਂ, ਠੀਕ ਹੈ। ਇਹ ਗੱਲ ਕਹਿ ਰਹੀ ਆ ਵੁੱਡਸ, ਲੱਕੜੀ, ਦਰਖਤ ਕਹਿ ਰਹੇ ਨੇ ਇਹ ਗੱਲ। ਆਈ ਐਮ ਦ ਬ੍ਰੈਡ ਆਫ ਕਾਈਂਡਨੈਸ ਐਂਡ ਦ ਫਲਾਵਰ ਆਫ ਬਿਊਟੀ। ਬ੍ਰੈਡ ਆਫ ਕਾਈਂਡਨੈਸ, ਇਹਦਾ ਮਤਲਬ ਕੀ ਆ? ਦਇਆ ਦਾ ਸੋਮਾ, ਕਿ ਮੈਂ ਦਿਆਲੂਤਾ, ਕਾਈਂਡਨੈਸ ਦਾ ਕੀ ਆ? ਸੋਮਾ ਆ, ਸੋਰਸ ਆ, ਬ੍ਰੈਡ ਆ। ਦ ਫਲਾਵਰ ਆਫ ਬਿਊਟੀ, ਫੁੱਲ ਆ ਕਾਹਦਾ? ਸੁੰਦਰਤਾ ਦਾ, ਠੀਕ ਹੈ। ये मतलब यू, ये who pass by, ਜਿਹੜਾ ਵੀ ਹਰ ਕੋਈ ਕੋਲੋਂ ਦੀ ਲੰਘਦਾ ਆ, ਲਿਸਨ ਟੂ ਮਾਈ ਪ੍ਰੇਅਰ, ਮੇਰੀ ਪ੍ਰਾਰਥਨਾ ਸੁਣੋ। ਕਿਹੜੀ ਪ੍ਰਾਰਥਨਾ ਆ? ਹਾਰਮ ਨਾਟ ਮੀ। ਹਾਰਮ ਨਾਟ ਮੀ ਮਤਲਬ ਮੈਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਓ। ਹਾਰਮ ਕੀ ਹੁੰਦਾ? ਨੁਕਸਾਨ ਪਹੁੰਚਾਉਣਾ। ਅਤੇ ਕਹਿੰਦੇ ਆ ਹਾਰਮ ਨਾਟ ਮੀ ਜਾਂ ਹਾਰਮ ਮੀ ਨਾਟ, ਕਿ ਮੈਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਓ। ਇਹ ਗੱਲ ਕੌਣ ਕਹਿ ਰਹੇ ਆ? ਦਰਖਤ ਕਹਿ ਰਹੇ ਆ, ਠੀਕ ਹੈ। ਅਤੇ ਸਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਹਦੇ ਵਿੱਚ ਯਾਨੀ ਕਿ ਸਾਰਾ ਜਿਹੜਾ ਆਲਮੋਸਟ ਆਪਣਾ ਚੈਪਟਰ ਆ ਉਹ ਕਿਹਦੇ 'ਤੇ ਆ, ਪੋਇਮ ਜਿਹੜੀ ਆ ਉਹ ਕਿਹਦੇ 'ਤੇ ਆ? ਰੁੱਖਾਂ ਦੇ ਉੱਤੇ। ਰੁੱਖ ਜਿਹੜੇ ਆ ਉਹ ਆਪਣੇ ਬਾਰੇ ਦੱਸਦੇ ਆ ਕਿ ਉਹ ਕਿੰਨੀ ਇੰਪੋਰਟੈਂਸ ਦੇ ਰਹੇ ਆ ਸਾਡੀ ਲਾਈਫ ਦੇ ਵਿੱਚ, ਈਵਨ ਦੋ ਕਿ ਸਾਡੇ ਜਨਮ ਤੋਂ ਲੈ ਕੇ ਸਾਡੀ ਮੌਤ ਤੱਕ ਸਾਡਾ ਉਹ ਕੀ ਦੇ ਰਹੇ ਆ? ਸਾਥ ਦੇ ਰਹੇ ਆ। ਅਤੇ ਸਾਨੂੰ ਵੀ ਉਹਨਾਂ ਨੂੰ ਕੀ ਨਹੀਂ ਕਰਨਾ ਚਾਹੀਦਾ? ਹਾਰਮ ਨਹੀਂ ਕਰਨਾ ਚਾਹੀਦਾ। ਸੋ ਪੋਇਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਅਸੀਂ ਹੁਣ ਕੀ ਕਰਨ ਲੱਗੇ ਹਾਂ? ਸੈਂਟਰਲ ਆਈਡੀਆ, ਬਿਕਾਜ਼ ਇਹ ਇੰਪੋਰਟੈਂਟ ਆ। ਐਂਡ ਸੈਂਟਰਲ ਆਈਡੀਆ ਦੇ ਮਾਰਕਸ ਵੀ ਤੁਹਾਨੂੰ ਪਤਾ ਹੀ ਆ ਕਿ ਇਹਦੇ ਵਿੱਚੋਂ ਮਾਰਕਸ ਆ ਜਾਣੇ ਚਾਹੀਦੇ ਆ ਤਾਂ ਬੈਟਰ ਆ, ਬਿਕਾਜ਼ ਇਹ ਬਹੁਤ ਛੋਟਾ ਜਿਹਾ ਹੁੰਦਾ, ਇਹਨੂੰ ਬਸ ਲਰਨ ਕਰ ਲਓ ਅੱਛੇ ਤਰੀਕੇ ਨਾਲ ਅਤੇ ਗੱਲ ਖਤਮ। ਓਕੇ, ਸਟਾਰਟ ਕਰਦੇ ਹਾਂ ਜੀ। The poem underlines the importance of woods in human life। ਕਹਿੰਦੇ ਪੋਇਮ ਜਿਹੜੀ ਆ ਉਹ ਅੰਡਰਲਾਈਨ ਕਰਦੀ ਆ, ਦੱਸਦੀ ਆ ਕਾਹਦੇ ਬਾਰੇ? ਕਿ ਮਨੁੱਖ ਜਿਹੜਾ ਆ ਉਹਦੀ ਜ਼ਿੰਦਗੀ ਦੇ ਵਿੱਚ ਦਰਖਤਾਂ ਦੀ ਕਿੰਨੀ ਜ਼ਿਆਦਾ ਜ਼ਰੂਰਤ ਆ। Woods give me heat in the cold winter and shade in hot summer। ਕਹਿੰਦੇ ਵੁੱਡਸ ਜਿਹੜੀਆਂ ਆ, ਜੰਗਲ ਜਿਹੜੇ ਆ, ਉਹ ਮੈਨ ਕੀ ਹੁੰਦਾ? ਮਨੁੱਖ ਨੂੰ ਕੀ ਦਿੰਦੇ ਆ? ਵਿੰਟਰ ਦੇ ਵਿੱਚ ਹੀਟ ਪ੍ਰੋਵਾਈਡ ਕਰਦੇ ਆ, ਐਂਡ ਸਮਰ ਦੇ ਵਿੱਚ ਸ਼ੇਡ ਕੀ ਹੁੰਦਾ? ਛਾਂ ਪ੍ਰੋਵਾਈਡ ਕਰਦੇ ਆ। They give him fruit to make refreshing juice to quench their thirst। ਕਹਿੰਦੇ ਉਹ ਫਰੂਟ ਦਿੰਦੇ ਆ, ਤਾਜ਼ੇ ਫਰੂਟ ਦਿੰਦੇ ਆ ਸਾਨੂੰ ਲੋਕਾਂ ਨੂੰ, ਤਾਂ ਜੋ ਕਿ ਅਸੀਂ ਆਪਣੀ ਪਿਆਸ ਨੂੰ ਬੁਝਾ ਸਕੀਏ, ਠੀਕ ਹੈ। ਅਸੀਂ ਦੇਖਿਆ ਨਾ ਫਰੂਟਸ ਵੈਸੇ ਵੀ ਸਾਡੀ ਹੈਲਥ ਲਈ ਬਹੁਤ ਫਾਇਦੇਮੰਦ ਹੁੰਦੇ ਆ, ਸਾਡੀ ਹੈਲਥ ਲਈ ਕਾਫੀ ਅੱਛੇ ਹੁੰਦੇ ਆ ਫਰੂਟਸ। Their wood is used to make items like the beam, the door, the table, the bed, the board, etc। ਕਹਿੰਦੇ ਜਿਹੜੀ ਵੁੱਡ ਆ, ਇਹਨਾਂ ਦੀ ਵੁੱਡ ਤੋਂ ਦੇਅਰ ਬੱਚਿਓ, ਬਹੁਤ ਸਾਰੇ ਸਟੂਡੈਂਟਸ ਨਾ ਦੇਅਰ ਦੇ ਵਿੱਚ ਮਿਸਟੇਕ ਕਰਦੇ ਆ। ਮੈਂ ਇਹਦੇ 'ਤੇ ਇੱਕ ਸੈਪਰੇਟ ਵੀਡੀਓ ਬਣਾਵਾਂਗੀ, ਤੁਸੀਂ ਜ਼ਰੂਰ ਦੇਖਿਓ ਕਿ ਕਨਸੈਪਟ ਦੇਅਰ ਵਾਲਾ ਕਿਹੜਾ ਸਹੀ ਆ, ਠੀਕ ਹੈ। ਆਈ ਮੀਨ ਕਿਹੜਾ ਦੇਅਰ ਕਿੱਥੇ ਲੱਗਣਾ। ਦੇਅਰ ਦੋ ਤਰ੍ਹਾਂ ਦੇ ਹੁੰਦੇ ਆ, ਮੈਂ ਤੁਹਾਨੂੰ ਦੱਸ ਦੇਵਾਂਗੀ ਕਿਹੜਾ ਆਉਣਾ ਅਤੇ ਕਿਹੜਾ ਨਹੀਂ। ਇੱਕ ਅਲੱਗ ਵੀਡੀਓ ਬਣੇਗੀ ਅਤੇ ਤੁਸੀਂ ਜ਼ਰੂਰ ਧਿਆਨ ਨਾਲ ਦੇਖਣਾ ਆ, ਠੀਕ। ਕਹਿੰਦੇ ਉਹਨਾਂ ਦੀ ਵੁੱਡ ਜਿਹੜੀ, ਉਹਨਾਂ ਦੀ ਲੱਕੜੀ ਤੋਂ ਕਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ? ਬੀਮ ਬਣਦੇ, ਬਾਲੇ ਬਣਦੇ ਆ, ਡੋਰਸ ਬਣਦੇ, ਦਰਵਾਜ਼ੇ, ਟੇਬਲਸ, ਫੱਟੇ ਬਣਦੇ ਆ, ਅਤੇ ਬੈੱਡ ਬਣਦਾ ਜਿਹਦੇ 'ਤੇ ਅਸੀਂ ਸੌਂਦੇ ਹਾਂ, ਅਤੇ ਬੋਟਸ ਬਣਦੇ ਆ ਜਿਹਦੇ ਵਿੱਚ ਅਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਤੈਰ ਕੇ ਜਾ ਸਕਦੇ ਹਾਂ। The wood accompanies man from birth till death।
ਵੁੱਡ ਜਿਹੜੀ ਆ ਇਹ ਮਨੁੱਖ ਨੂੰ ਅਕੰਪਨੀ ਦਿੰਦੀ ਆ, ਸਾਥ ਦਿੰਦੀ ਆ, ਸਾਥੀ ਬਣ ਕੇ ਰਹਿੰਦੀ ਆ ਫਰੋਮ ਕਦੋਂ ਤੋਂ, ਉਹਦੇ ਬਰਥ ਤੋਂ ਲੈ ਕੇ ਟਿਲ ਡੈਥ ਤੱਕ, ਠੀਕ ਹੈ, ਜਨਮ ਤੋਂ ਲੈ ਕੇ ਮੌਤ ਤੱਕ ਵੁੱਡ ਜਿਹੜਾ ਸਾਡਾ ਸਾਥ ਦਿੰਦੀ ਆ। Thus, the woods give man kind feelings and loveliness. ਇਸੇ ਲਈ ਹੀ ਅਸੀਂ ਕਹਿੰਦੇ ਆ ਕਿ ਜਿਹੜੀਆਂ ਵੁੱਡਸ ਆ ਇਹ ਮਨੁੱਖ ਨੂੰ ਕੀ ਦਿੰਦੀਆਂ ਆ, ਅੱਛੀਆਂ ਫੀਲਿੰਗਸ, ਮਤਲਬ ਇੱਕ ਪੋਜ਼ਿਟਿਵ ਫੀਲਿੰਗ ਦਿੰਦੀਆਂ ਆ ਤੇ ਮਨੁੱਖ ਨੂੰ ਪਿਆਰ ਕਰਨਾ ਸਿਖਾਉਂਦੀਆਂ ਆ। Therefore, they should not be harmed. ਇਸ ਲਈ ਉਹਨਾਂ ਨੂੰ ਕੀ ਨਹੀਂ ਕਰਨਾ ਚਾਹੀਦਾ, ਹਾਰਮ ਨਹੀਂ ਕਰਨਾ ਚਾਹੀਦਾ, ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਇਸੇ ਹੀ ਤਰ੍ਹਾਂ ਅਸੀਂ ਜਦੋਂ ਸੈਂਟਰਲ ਆਈਡੀਆ ਕਰ ਲਿਆ ਉਸ ਤੋਂ ਬਾਅਦ ਪੈਸੇਜ ਕਰਦੇ ਹਾਂ। ਪੈਸੇਜ ਦੇਖੋ, I am the heat of your hearth on the cold winter nights, the friendly shade screening you from the summer sun, and my fruits are refreshing draughts quenching your thirst as you journey on. ਦੇਖੋ ਇਹ ਅਸੀਂ ਪੋਇਮ ਦੇ ਵਿੱਚ ਪੜ੍ਹ ਚੁੱਕੇ ਹਾਂ ਨਾ। ਇਹਦੇ ਵਿੱਚ ਕੀ ਦੱਸਿਆ ਆ, ਇਹਦੇ ਵਿੱਚ ਸਾਨੂੰ ਇਹ ਦੱਸਿਆ ਕਿ ਮੈਂ ਹੀਟ ਆ ਹੈਡਸ ਦੀ ਤੁਹਾਡੇ ਦੀ, ਜਿਹੜਾ ਕਿ ਤੁਹਾਡੀਆਂ ਕੋਲਡ ਵਿੰਟਰਸ ਦੇ ਵਿੱਚ ਤੁਹਾਡੇ ਕੰਮ ਆਉਂਦੀਆਂ, ਅਤੇ ਮੈਂ ਫਰੈਂਡਲੀ ਸ਼ੇਡ ਆ ਜਿਹੜੇ ਤੁਹਾਨੂੰ ਸਮਰ ਸਨ ਤੋਂ ਬਚਾਉਂਦੇ, ਅਤੇ ਮੈਂ ਫਰੂਟਸ ਦਿੰਦੀ ਹਾਂ ਤਾਂ ਜੋ ਕਿ ਤੁਹਾਡੀ ਪਿਆਸ ਨੂੰ ਬੁਝਾਇਆ ਜਾ ਸਕਦਾ। ਸਾਨੂੰ ਇਸ ਤਰੀਕੇ ਦੇ ਨਾਲ ਪੇਪਰ ਦੇ ਵਿੱਚ ਸਟੈਂਜਾ ਆਉਣਾ, ਠੀਕ ਹੈ, ਇਹਨੂੰ ਅਸੀਂ ਕੀ ਕਹਿੰਦੇ ਹਾਂ, ਸਟੈਂਜਾਜ਼। ਫਾਈਨ, ਮੈਂ ਅਲੱਗ-ਅਲੱਗ ਵੀਡੀਓਜ਼ ਬਣਾਉਣੀ ਸੀ ਸਟੈਂਜਾਜ਼ ਵਗੈਰਾ 'ਤੇ, ਬਟ ਮੈਂ ਸੋਚਿਆ ਕਿ ਇੱਕ ਵੀਡੀਓ ਦੇ ਵਿੱਚ ਹੀ ਇੱਕ ਪੋਇਮ ਦਾ ਮਤਲਬ ਜੋ ਵੀ ਹੈਗਾ ਆ ਉਹ ਕੰਪਲੀਟ ਕਰਵਾ ਦਿੰਦੀ ਹਾਂ, ਬਿਕੋਜ਼ ਸਮ ਟਾਈਮ ਇੱਦਾਂ ਹੁੰਦਾ ਬੱਚਿਆਂ ਨੂੰ ਵੀਡੀਓਜ਼ ਲੱਭਦੀਆਂ ਨਹੀਂ, ਇਸ ਲਈ ਮੇਰੀ ਟਰਾਈ ਹੁੰਦੀ ਆ ਕਿ ਮੈਂ ਕਵਰ ਇੱਕ ਵੀਡੀਓ ਦੇ ਵਿੱਚ ਹੀ ਕਰਵਾ ਦਾਂ। ਬਟ ਸਮ ਪੋਇਮਸ ਜਿਹੜੀਆਂ ਉਹ ਲੈਂਥੀ ਹੋਣਗੀਆਂ, ਉਹ ਤੁਹਾਨੂੰ ਪਾਰਟਸ 'ਚ ਹੀ ਦੇਖਣ ਨੂੰ ਮਿਲਣਗੀਆਂ, ਠੀਕ। ਓਕੇ, ਅਸੀਂ ਆਹ ਚੀਜ਼ ਤਾਂ ਆਲਰੇਡੀ ਰੀਡ ਕਰ ਚੁੱਕੇ ਹਾਂ, ਅੰਡਰਸਟੈਂਡ ਕਰ ਚੁੱਕੇ ਹਾਂ। ਇਸ ਤਰ੍ਹਾਂ ਦੇ ਸਾਨੂੰ ਕੁਐਸਚਨਸ ਆਉਣੇ ਆ, ਠੀਕ, ਇਹਨਾਂ ਦੇ ਸਾਨੂੰ ਮਾਰਕਸ ਮਿਲਦੇ ਹੁੰਦੇ। ਇਹ ਜਿਹੜੇ ਸਵਾਲ ਹੁੰਦੇ ਆ ਨਾ, ਆਹ ਜਿਹੜੇ ਕੁਐਸਚਨਸ ਹੁੰਦੇ ਆ, ਇਹਨਾਂ ਦੇ ਆਨਸਰਸ ਜਿਹੜੇ ਆ ਆਲਮੋਸਟ ਇਹਦੇ ਵਿੱਚ ਹੀ ਹੁੰਦੇ ਆ। ਮਤਲਬ ਇਹਨਾਂ ਨੇ ਉਹ ਕੁਐਸਚਨ ਨਹੀਂ ਇੱਥੇ ਪੁੱਛਣਾ ਜਿਹੜਾ ਇੱਥੇ ਨਾ ਲਿਖਿਆ ਹੋਵੇ। ਸੋ ਈਜ਼ੀ ਆ, ਅਗਰ ਅਸੀਂ ਪੋਇਮ ਨੂੰ ਚੰਗੀ ਤਰ੍ਹਾਂ ਸਮਝਿਆ ਤਾਂ ਸਾਨੂੰ ਇਹ ਕਰਨੇ ਕੋਈ ਡਿਫਿਕਲਟ ਨਹੀਂ ਹੋਣਗੇ, ਰਾਈਟ। ਤਾਂ ਦੇਖਦੇ ਹਾਂ ਫਸਟ ਕੁਐਸਚਨ ਕੀ ਕਹਿੰਦਾ ਹੈ ਜੀ। ਹਾਊ ਕੈਨ ਦ ਵੁੱਡਸ give us heat as well as coldness? ਕਹਿੰਦੇ ਵੁੱਡਸ ਸਾਨੂੰ ਹੀਟ ਤੇ ਕੋਲਡਨੈਸ ਕਿਵੇਂ ਦਿੰਦੇ ਆ। ਅਸੀਂ ਫਸਟ ਲਾਈਨ ਦੇ ਵਿੱਚ ਹੀ ਦੇਖਿਆ ਆ ਕਿ ਵੁੱਡਸ ਜਿਹੜੀਆਂ ਹੈ ਇੱਕ ਫਿਊਲ ਬਣ ਕੇ ਆਪ ਬਰਨ ਹੋ ਕੇ ਸਾਨੂੰ ਕੀ ਦਿੰਦੀਆਂ, ਹੀਟ ਦਿੰਦੀਆਂ। ਤੇ ਹੋਰ ਉਸ ਤੋਂ ਬਾਅਦ ਉਹ ਕੀ ਕਹਿੰਦੇ, ਕੋਲਡਨੈਸ ਦੇ ਵਿੱਚ ਕਿਵੇਂ ਸਾਡੀ ਹੈਲਪ ਕਰਦੀਆਂ ਆ ਕਿ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ, ਇਹਦੀਆਂ ਲੀਫੀ ਬ੍ਰਾਂਚਿਸ ਜਿਹੜੀਆਂ ਆ ਉਹ ਸਾਨੂੰ ਕੀ ਦਿੰਦੀਆਂ, ਸ਼ੇਡ ਦਿੰਦੀਆਂ ਜਦੋਂ ਅਸੀਂ ਇਹਦੇ ਛਾਂ ਦੇ ਵਿੱਚ ਬੈਠੇ ਹੋਈਏ। ਅਸੀਂ ਇੰਗਲਿਸ਼ ਦੇ ਵਿੱਚ ਕਿਵੇਂ ਲਿਖਾਂਗੇ, ਤੁਸੀਂ ਨਾਲ ਨਾਲ ਨੋਟ ਕਰ ਲਓ, ਮੈਂ ਬੋਲਦੀ ਹਾਂ। ਅਗਰ ਵੀਡੀਓ ਪੌਜ਼ ਕਰਨੀ ਹੋਈ ਤਾਂ ਪੌਜ਼ ਕਰਕੇ ਜ਼ਰੂਰ ਨੋਟ ਕਰ ਲਿਓ, ਠੀਕ ਹੈ। ਨੋਟਸ ਬਣਾ ਸਕਦੇ ਹਾਂ ਨਾਲ ਨਾਲ, ਜਿਹੜੇ ਤੁਹਾਨੂੰ ਇਨ ਫਿਊਚਰ ਦੇ ਵਿੱਚ ਹੈਲਪ ਆਉਣਗੇ। ਸੋ ਆਨਸਰ ਇਜ਼ ਦ ਵੁੱਡਸ ਗਿਵ ਅਸ ਫਿਊਲ ਵੈਨ the woods give us fuel which we burn to get heat. The leafy branches of the wood give us shade which causes coldness. ठीक है, इस तरह से ਇਹਦਾ आंसर लिख सकते हैं। So second question is, name the figure of the speech used in the line the friendly shade screening you from the summer sun. ਆ ਜਿਹੜੀ ਕਹਿੰਦੇ ਲਾਈਨ ਲਿਖੀ ਆ ਇਹਦਾ ਮਤਲਬ ਕੀ ਆ, ਇਸ ਸਪੀਚ ਦਾ ਮਤਲਬ ਇਹਨੂੰ ਫਿਗਰ ਆਊਟ ਕਰੋ, ਠੀਕ ਹੈ। ਇਹ ਕਿਹੜੀ ਆ, ਇਹ ਲਾਈਕ ਫਰੈਂਡਲੀ ਸ਼ੇਡ ਐਂਡ ਸਮਰ ਸਨ, ਇਹ ਸਾਰੀਆਂ ਗੱਲਾਂ ਪਰਸੋਨੀਫਿਕੇਸ਼ਨ ਦੱਸਦੀਆਂ ਨਾ ਸਾਨੂੰ। ਫਿਰ ਇਹਦਾ ਆਨਸਰ ਕੀ ਆ ਜਾਣਾ, ਪਰਸੋਨੀਫਿਕੇਸ਼ਨ। ਇਹਦੀ ਫਿਗਰ ਆਫ ਸਪੀਚ ਕੀ ਆ, ਪਰਸੋਨੀਫਿਕੇਸ਼ਨ। ਅੱਛਾ, ਹੋ ਸਕਦਾ ਉਹ ਤੁਹਾਨੂੰ ਇੱਥੇ ਫਸਟ ਕੁਐਸਚਨ ਕਈ ਵਾਰੀ ਇੱਦਾਂ ਹੁੰਦਾ ਕਈ ਪੋਇਮਸ ਦੇ ਵਿੱਚ ਉਹ ਪੁੱਛ ਲੈਂਦੇ ਆ ਕਿ ਨੇਮ ਦਾ ਪੋਇਟ ਐਂਡ ਦਾ ਪੋਇਮ। ਇਹਦੇ ਵਿੱਚ ਸਾਨੂੰ ਪੋਇਮ ਦਾ ਨਾਮ ਤਾਂ ਪਤਾ ਆ, ਠੀਕ ਹੈ, ਬਟ ਪੋਇਟ ਦਾ ਨਾਮ ਨਹੀਂ ਪਤਾ। ਪੋਇਟ ਦਾ ਨਾਮ ਅਸੀਂ ਕੀ ਲਿਖਾਂਗੇ ਕਿ ਇਹ ਕੀ ਆ, ਅਨਨੋਨ ਪੋਇਟ ਦੇ ਦੁਆਰਾ ਲਿਖੀ ਗਈ ਆ, ਦੈਟਸ ਇਟ।
ਵੈਸੇ ਮੋਸਟਲੀ ਇਹ ਕੁਐਸਚਨ ਪੁੱਛਿਆ ਹੀ ਜਾਂਦਾ ਆ ਕਿ ਇਹ ਪੋਇਮ ਕਿਹਦੇ ਦੁਆਰਾ ਲਿਖੀ ਆ ਤੇ ਇਹਦਾ ਨਾਮ ਕੀ ਆ। ਇਹ ਤੁਸੀਂ ਦੇਖਣਾ ਆ ਧਿਆਨ ਦੇ ਨਾਲ ਕਿ ਕਿਹੜੀ ਪੋਇਮ ਦੀਆਂ ਆਹ ਵਾਲੀਆਂ ਲਾਈਨਸ ਤੋਂ ਆਹ ਵਾਲੀਆਂ ਲਾਈਨਸ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਲਾਈਨਸ ਕਿਹੜੀ ਪੋਇਮ ਨੂੰ ਰਿਲੇਟ ਕਰਦੀਆਂ। ਜਦੋਂ ਤੁਹਾਨੂੰ ਇਹ ਗੱਲ ਸਮਝ ਲੱਗ ਗਈ ਕਿ ਆਹ ਪੋਇਮ ਕਿਹੜੀ ਆਹ ਲਾਈਨਸ ਕਿਹੜੀ ਪੋਇਮ ਨੂੰ ਰਿਲੇਟ ਕਰਦੀਆਂ, ਤਾਂ ਤੁਹਾਡੇ ਲਈ ਇਹ ਵਾਲੇ ਆਨਸਰਸ ਅਟੈਂਪਟ ਕਰਨਾ ਕੋਈ ਔਖਾ ਕੰਮ ਨਹੀਂ ਆ, ਰਾਈਟ। ਇੰਨੀ ਕੁ ਗੱਲ ਬਸ ਆਪਣੇ ਦਿਮਾਗ 'ਚ ਰੱਖਣੀ ਆ ਕਿ ਜਦੋਂ ਵੀ ਤੁਸੀਂ ਕੋਈ ਪੋਇਮ ਨੂੰ ਪੜ੍ਹਦੇ ਪਏ ਆ ਤਾਂ ਹਰ ਇੱਕ ਲਾਈਨ ਉਹਦੀ ਧਿਆਨ ਨਾਲ ਦੇਖੋ ਔਰ ਦੇਖੋ ਕਿ ਇੱਕ ਲਾਈਨ ਦੂਸਰੀ ਲਾਈਨ ਤੀਜੀ ਲਾਈਨ ਆਪਸ ਵਿੱਚ ਰਿਲੇਟ ਕਰਦੀਆਂ, ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਣਾ ਕਿ ਸਟੋਰੀ ਹੈ ਕੀ ਆ। ਅਤੇ ਜਦੋਂ ਐਗਜ਼ਾਮ ਦੇ ਵਿੱਚ ਤੁਹਾਡੇ ਕੋਲ ਇਹੋ ਜਿਹੀਆਂ ਲਾਈਨਸ ਆਉਣਗੀਆਂ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਹਾਂ ਇਹ ਲਾਈਨ ਉਸ ਪੋਇਮ ਦੀ ਆ, ਤਾਂ ਤੁਸੀਂ ਉਹਦਾ ਫਸਟ ਆਨਸਰ ਜਿਹੜਾ ਆ ਉਹ ਦੇਣਾ ਤੁਹਾਡੇ ਲਈ ਈਜ਼ੀ ਹੋ ਜਾਊਗਾ ਕਿ ਇਹ ਕਿਹੜੀ ਪੋਇਮ ਆ ਅਤੇ ਕਿਹੜਾ ਇਹਦਾ ਪੋਇਟ ਆ। ਇਹ ਸਟੈਂਜਾਸ ਡਿਫੀਕਲਟ ਨਹੀਂ ਹੁੰਦੇ, ਬਿਲਕੁਲ ਵੀ ਡਿਫੀਕਲਟ ਨਹੀਂ ਹੁੰਦੇ, ਨਾ ਕੰਪਰੀਹੈਂਸ਼ਨ ਡਿਫੀਕਲਟ ਹੁੰਦੇ ਆ ਨਾ ਸਟੈਂਜਾਸ ਡਿਫੀਕਲਟ ਹੁੰਦੇ, ਬਿਕਾਜ਼ ਸਾਰਾ ਤਾਂ ਉਹਦੇ ਵਿੱਚੋਂ ਹੀ ਆ ਰਿਹਾ ਆ। ਸਿਰਫ ਸਾਨੂੰ ਪੋਇਟ ਐਂਡ ਪੋਇਮ ਦਾ ਨਾਮ ਯਾਦ ਰੱਖਣਾ ਪੈਣਾ ਆ ਸਟੈਂਜਾ ਦੇ ਵਿੱਚ, ਠੀਕ ਹੈ। ਔਰ ਇਹ ਵੀ ਪਤਾ ਲੱਗ ਹੀ ਜਾਂਦਾ ਹੁੰਦਾ ਲਾਈਨਸ ਨੂੰ ਰੀਡ ਕਰਕੇ, ਕਿਉਂਕਿ ਸਾਰੀਆਂ ਪੋਇਮਸ ਦੇ ਵਿੱਚ ਸਿਮਿਲੈਰਿਟੀ ਤਾਂ ਹੁੰਦੀ ਨਹੀਂ ਆ, ਬਹੁਤ ਘੱਟ ਪੋਇਮ ਹੁੰਦੀਆਂ ਜਿਹੜੀਆਂ ਸਿਮਿਲਰ ਹੁੰਦੀਆਂ, ਠੀਕ ਹੈ। ਥਰਡ ਦੇਖੋ, ਲਿਸਟ ਦਾ ਥਿੰਗਸ ਦਾ ਵੁੱਡਸ ਗਿਵ ਅਸ। ਵੁੱਡਸ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਿੰਦੇ ਆ। ਅਸੀਂ ਪੋਇਮ ਦੇ ਵਿੱਚ ਪੜ੍ਹਿਆ ਹੈ ਨਾ ਵੁੱਡਸ ਸਾਨੂੰ ਕੀ ਦਿੰਦੇ ਆ। ਉਹਨਾਂ ਨੇ ਇਹਦੇ ਵਿੱਚ ਇੰਨਾ ਜ਼ਿਆਦਾ ਨਹੀਂ ਲਿਖਿਆ, ਬਟ ਉਹਨਾਂ ਨੇ ਕਾਫੀ ਚੀਜ਼ਾਂ ਲਿਖੀਆਂ ਕਿ ਇਹ ਸਾਨੂੰ ਕੀ ਦਿੰਦੇ ਆ, ਹੀਟ ਦਿੰਦੇ ਆ, ਸ਼ੇਡ ਦਿੰਦੇ ਆ, ਹੈ ਨਾ, ਸਾਨੂੰ ਫਰੂਟਸ ਦਿੰਦੇ ਆ। ਇੱਦਾਂ ਹੀ ਹੈ ਨਾ ਜਿਹੜਾ ਕਿ ਸਾਡੀ ਪਿਆਸ ਨੂੰ ਬੁਝਾਉਂਦਾ ਆ। ਤਾਂ ਆਨਸਰ ਅਸੀਂ ਕਿੱਦਾਂ ਲਿਖਾਂਗੇ? The woods give us heat in winter, shade in summer, and juicy fruits in all seasons. That's it. D question is, what does the phrase refreshing draughts refer to? ਨੀਚੇ ਉਹਨਾਂ ਨੇ ਆਪਸ਼ਨਸ ਦਿੱਤੀਆਂ ਨੇ ਦੋ। ਕਹਿੰਦੇ ਰਿਫਰੈਸ਼ਿੰਗ ਡਰੌਟਸ ਇਸ ਫਰੇਜ਼ ਨੂੰ ਕਰਦੀ ਆ, ਮਤਲਬ ਮੈਚ ਹੁੰਦੀ ਆ ਇਸ ਫਰੇਜ਼ ਨਾਲ। ਫਸਟ ਕੀ ਆ? ਜੂਸੀ ਬਾਈਟਸ ਆਫ ਦਾ ਫਰੂਟਸ। ਸੈਕਿੰਡ ਕੀ ਆ? ਲਿਕਿੰਗ ਰੇਨ ਡਰੌਪਸ ਫਾਲਨ ਔਨ ਦਾ ਫਰੂਟਸ। ਰਿਫਰੈਸ਼ਿੰਗ ਡਰੌਟਸ ਕੀ ਆਊਗਾ ਇਹਦਾ ਆਨਸਰ? ਨੈਚੁਰਲ ਆ, ਫਸਟ ਹੀ ਆ, ਜੂਸੀ ਬਾਈਟਸ ਆਫ ਦਾ ਫਰੂਟਸ। ਜੂਸੀ ਬਾਈਟਸ ਮਤਲਬ ਜਦੋਂ ਅਸੀਂ ਫਰੂਟਸ ਨੂੰ ਖਾਂਦੇ ਹਾਂ ਸਾਨੂੰ ਵਿੱਚੋਂ ਜੂਸ ਨਿਕਲਦਾ, ਸਾਨੂੰ ਉਹ ਜੂਸੀ ਬਾਈਟਸ ਇਸ ਲਈ ਉਸ ਵਰਡ ਨੂੰ ਕਿਹਾ ਗਿਆ ਹੈ, ਜੂਸੀ ਬਾਈਟਸ ਆਫ ਦਾ ਫਰੂਟਸ। ਲਿਕਿੰਗ ਰੇਨ ਡਰੌਪਸ ਫਾਲਨ ਔਨ ਦਾ ਫਰੂਟਸ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਓਸ ਦੀਆਂ ਬੂੰਦਾਂ ਗਿਰੀਆਂ ਹੋਈਆਂ ਆ, ਰੇਨਫਾਲ ਦੀਆਂ ਬੂੰਦਾਂ ਗਿਰੀਆਂ ਹੋਈਆਂ ਫਰੂਟਸ ਦੇ ਉੱਤੇ, ਤੁਸੀਂ ਉਹਨਾਂ ਨੂੰ ਲਿਕ ਕਰ ਰਹੇ ਹੋ ਜਾਂ ਫਿਰ ਉਹਨਾਂ ਨੂੰ ਪੀਣਾ ਅਤੇ ਜਾਂ ਫਿਰ ਜੂਸ ਜਿਹੜਾ ਆ ਉਹ ਫਰੂਟਸ ਨੂੰ ਖਾ ਕੇ ਉਹਨਾਂ ਤੋਂ ਹਾਸਿਲ ਕਰਨਾ। ਸੋ ਨੈਚੁਰਲ ਆ ਆਨਸਰ ਕੀ ਹੈਗਾ ਆ? ਜੂਸੀ ਬਾਈਟਸ ਆਫ ਦਾ ਫਰੂਟਸ, ਠੀਕ ਹੈ ਜੀ। ਨੈਕਸਟ ਕੀ ਆ? 2 ਸਟੈਂਜਾਸ ਹੀ ਹੈ ਇਹਦੇ। ਸੈਕਿੰਡ ਸਟੈਂਜਾ ਹੈਗਾ, I am the handle of your hoe, the door of your homestead, and the wood of your cradle, and the shell of your coffin. I am the bread of kindness and the flower of beauty. Yea, who pass by, listen to my prayer. Harm me not. ਓਕੇ, ਅਸੀਂ ਆਪ ਪਹਿਲਾਂ ਆਲਰੇਡੀ ਰੀਡ ਕਰ ਚੁੱਕੇ ਹਾਂ, ਸਾਨੂੰ ਇਹਦਾ ਮੀਨਿੰਗ ਸਾਰਾ ਕਲੀਅਰ ਹੈ। ਅਤੇ ਹੁਣ ਦੇਖੋ ਅਸੀਂ ਕੀ ਕਰਨੀ ਆ, ਕੁਐਸ਼ਚਨਸ ਨੂੰ ਪੜ੍ਹਨੇ ਆ। ਪਹਿਲਾਂ ਸਾਡਾ ਪਹਿਲਾ ਕੁਐਸ਼ਨ ਕੀ ਕਹਿੰਦਾ? ਰਾਈਟ ਡਾਊਨ ਦ ਲਾਈਨ ਇਨ ਦ ਪੋਇਮ that explains the statement the wood accompanies us from birth till death. ਕਹਿੰਦੇ ਪੋਇਮ ਦੇ ਵਿੱਚੋਂ ਉਹ ਲਾਈਨ ਜਿਹੜੀ ਆ ਤੁਸੀਂ ਲਿਖੋ ਜਿਹੜੀ ਇਹਨਾਂ ਸ਼ਬਦਾਂ ਨੂੰ ਐਕਸਪਲੇਨ ਕਰਦੀ ਆ। ਕਿਹੜੀ?
द वुड अकंपनीज अस फ्रॉम बर्थ टिल डेथ। कि पोइम ਦੇ ਵਿੱਚ ਉਹ ਵਾਲੀ ਲਾਈਨ ਲੱਭ ਕੇ ਲਿਖੋ ਜਿਹੜੀ ਸਾਨੂੰ ਇਹ ਦੱਸਦੀ ਆ ਕਿ ਕਿ ਟਰੀਜ਼ ਜਿਹੜੇ ਆ ਉਹ ਸਾਡੇ ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਨਾਲ ਰਹਿੰਦੇ ਆ। ਇਹਦੀ ਲਾਈਨ ਕੀ ਆ ਇੱਥੇ ਉੱਪਰ ਵਾਲੇ ਜਿਹੜਾ ਤੁਹਾਨੂੰ ਦਿੱਤਾ ਹੋਇਆ ਪੈਰਾਜ਼, ਇਹਦੇ ਵਿੱਚੋਂ ਕਿਹੜੀ ਲਾਈਨ ਆ? ਜ਼ਰਾ ਤੁਸੀਂ ਆਪ ਫਾਈਂਡ ਕਰਕੇ ਦੇਖੋ, ਸਟਾਰਟਿੰਗ ਤੋਂ ਰੀਡ ਕਰਕੇ ਦੇਖੋ, ਤੁਹਾਨੂੰ ਲੱਭ ਜਾਣਾ ਹੁਣੇ। ਮੈਂ ਦੇ ਰਹੀ ਤੁਹਾਨੂੰ ਥੋੜਾ ਜਿਹਾ ਟਾਈਮ, ਦੇਖੋ ਤਾਂ। ਕਿਹੜੀ ਲਾਈਨ ਤੋਂ ਸਾਨੂੰ ਪਤਾ ਲੱਗਦਾ ਆ? ਸਾਨੂੰ ਇਸ ਲਾਈਨ ਤੋਂ ਪਤਾ ਲੱਗਦਾ, ਦ ਵੁੱਡ ਆਫ ਯੂਰ ਕ੍ਰੈਡਲ ਐਂਡ ਦ ਸ਼ੈਲ ਆਫ ਯੂਰ ਕਫਨ। ਦੇਖੋ, ਕਨਫਿਊਜ਼ ਨਹੀਂ ਹੋਣਾ, ਗੱਲ ਨੂੰ ਧਿਆਨ ਨਾਲ ਸੁਣੋ। ਸਵਾਲ ਦੇ ਵਿੱਚ ਸਾਨੂੰ ਉਹਨਾਂ ਨੇ ਕੀ ਦੇ ਦਿੱਤਾ? ਆਨਸਰ। ਤੇ ਫਿਰ ਵੀ ਸਾਨੂੰ ਮੂਹਰਿਓਂ ਕੀ ਪੁੱਛ ਲਿਆ? ਕੁਐਸਚਨ। ਕਿਵੇਂ ਕੀਤਾ ਇਹ ਸਭ ਉਹਨਾਂ ਨੇ ਸਾਨੂੰ ਕਿਹਾ ਆ, ਕਹਿੰਦੇ ਉਹ ਲਾਈਨ ਲਿਖ ਦਿਓ ਤੁਸੀਂ ਜਿਹਦਾ ਮਤਲਬ ਆਹ ਆ, ਮਤਲਬ ਆਹ ਆਨਸਰ ਆ, ਇਹਦਾ ਕੁਐਸਚਨ ਕੀ ਹੋਊਗਾ। ਲਾਈਕ ਇਹ ਐਕਸਪਲੇਨੇਸ਼ਨ ਦੀ ਉੱਪਰੋਂ ਕਿਹੜੀ ਲਾਈਨ ਆ, ਇਹ ਕਿਹੜੀ ਲਾਈਨ ਦੀ ਐਕਸਪਲੇਨੇਸ਼ਨ ਆ, ਤੁਸੀਂ ਉਹੀ ਲਾਈਨ ਲਿਖ ਦਿਓ, ਠੀਕ ਹੈ। ਸੋ ਆ ਤੇ ਆ ਇਹ ਦੋਨੋਂ ਇੱਕ ਦੂਜੇ ਨਾਲ ਮੈਚ ਕਰਦੀਆਂ ਨਾ, ਮੀਨਿੰਗ ਸੇਮ ਆ। ਦ ਵੁੱਡ ਅਕੰਪਨੀਜ਼ ਅਸ ਫਰੋਮ ਬਰਥ ਟਿਲ ਡੈਥ। ਵੁੱਡ ਜਿਹੜੀ ਉਹ ਸਾਡੀ ਸਹਾਇਤਾ ਕਰਦੀ ਹੈ ਜਨਮ ਤੋਂ ਲੈ ਕੇ ਮੌਤ ਤੱਕ। ਇੱਥੇ ਕੀ ਆ? ਦ ਵੁੱਡ ਆਫ ਯੂਰ ਕ੍ਰੈਡਲ। ਕ੍ਰੈਡਲ ਕੀ ਹੁੰਦਾ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਆ, ਝੂਲਾ, ਪਾਲਣਾ। ਲੱਕੜੀ ਉਹ ਵਾਲੀ ਜਿਹੜੀ ਕਿ ਸਾਡੇ ਝੂਲੇ ਨੂੰ ਲੱਗਦੀ ਆ, ਤੇ ਉਹ ਵਾਲੀ ਲੱਕੜੀ ਜਿਹੜੀ ਸਾਡੀ ਕਫਨ ਨੂੰ ਲੱਗਦੀ ਆ, ਉਹ ਮੈਂ ਹੀ ਆ, ਕਹਿੰਦਾ ਦਰਖਤ। ਇਸ ਲਈ ਇਹ ਵਾਲੀ ਤੇ ਇਹ ਵਾਲੀ ਲਾਈਨ ਸੇਮ ਹੋ ਗਈ, ਤੇ ਆਨਸਰ ਵੀ ਬਸ ਆਹੀ ਆ ਜਾਣਾ, ਦ ਵੁੱਡ ਤੋਂ ਲੈ ਕੇ ਕਫਨ ਤੱਕ, ਫਸਟ ਆਨਸਰ, ਠੀਕ ਹੈ। ਨੈਕਸਟ ਦੇਖੋ, I am the bread of kindness and the flower of beauty. This means the woods give us, ਕਹਿੰਦੇ ਮੈਂ ਕੀ ਆ? ਕਾਈਂਡਨੈਸ ਦਾ ਕੀ ਆ? ਇੱਕ ਕਾਈਂਡਨੈਸ ਦਿਨਾ ਤੁਹਾਨੂੰ, ਤੇ ਕੀ ਦਿਨਾ ਹੋਰ? ਫਲਾਵਰ, ਇੱਕ ਖਿਲਿਆ ਹੋਇਆ ਫੁੱਲ ਆ ਜਿਹੜਾ ਕਿ ਬਹੁਤ ਖੂਬਸੂਰਤ ਆ। ਇਹ ਕਿਹੜੀ ਲਾਈਨ ਨੂੰ, ਮੀਨਿੰਗ ਇਹਦਾ ਕਿਹੜੀ ਲਾਈਨ ਨਾਲ ਮੈਚ ਹੁੰਦਾ? ਪਹਿਲਾ ਕੀ ਆ? ਬਿਜ਼ਨਸ ਐਂਡ ਲਵ, ਬਿਜ਼ਨਸ ਆ ਜਾਂ ਪਿਆਰ ਆ। ਦੂਸਰਾ ਕੀ ਆ? ਫੂਡ ਆ ਜਾਂ ਫਿਰ ਡੈਕੋਰੇਸ਼ਨ ਆ। ਤੀਸਰਾ ਕੀ ਆ? ਕਾਇੰਡ ਫੀਲਿੰਗ ਆ ਜਾਂ ਲਵਲੀਨੈਸ ਆ। ਕਿਹਦੇ ਨਾਲ ਮੈਚ ਹੁੰਦਾ ਇਹਦਾ ਆਨਸਰ? ਇਹਦਾ ਆਨਸਰ ਮੈਚ ਹੁੰਦਾ ਆ ਥਰਡ ਨਾਲ, ਕਾਇੰਡ ਫੀਲਿੰਗਸ ਐਂਡ ਲਵਲੀਨੈਸ, ਠੀਕ ਹੈ। ਕੁਐਸਚਨ ਸੁਣੋ ਦੁਬਾਰਾ। ਆਈ ਐਮ ਦ ਬ੍ਰੈਡ ਆਫ ਕਾਇੰਡਨੈਸ ਐਂਡ ਦ ਫਲਾਵਰ ਆਫ ਬਿਊਟੀ। ਮੈਂ ਕਹਿੰਦੇ ਦਇਆ ਦਾ ਸੋਮਾ ਆ, ਦਇਆ ਕਰਦਾ ਨਾ ਸਾਡੇ ਤੇ ਸੁੰਦਰਤਾ ਆ, ਠੀਕ ਹੈ। ਲਵਲੀਨੈਸ ਆ, ਪਿਆਰ ਆ। ਕਾਈਂਡਨੈਸ ਦੀ ਫੀਲਿੰਗ ਆ ਤੇ ਪਿਆਰ ਦੀ ਫੀਲਿੰਗ ਆ। ਇਹੀ ਆਨਸਰ ਮੈਚ ਕਰਦਾ ਇਹਦੇ ਨਾਲ। ਅੱਗੇ ਦੇਖੋ, ਥਰਡ ਕੁਐਸਚਨ, ਹੂ ਇਜ਼ ਦ ਸਪੀਕਰ ਆਫ ਦ ਪੋਇਮ। ਸਪੀਕਰ ਕੀ ਹੁੰਦਾ? ਬੁਲਾਰਾ, ਬੋਲਣ ਵਾਲਾ। ਕਹਿੰਦੇ ਇਸ ਪੋਇਮ ਦੇ ਵਿੱਚ ਸਪੀਕਰ ਕੌਣ ਆ? ਕੌਣ ਬੋਲਦਾ ਪਿਆ? ਸਾਰੀ ਪੋਇਮ ਨੂੰ ਕੌਣ ਬੋਲ ਕੇ ਦੱਸਦਾ? ਸਾਰੀ ਪੋਇਮ ਨੂੰ ਕੌਣ ਬੋਲ ਕੇ ਦੱਸਦਾ? ਦ ਵੁੱਡ, ਠੀਕ ਹੈ। ਆ ਆਨਸਰ ਆ ਜਾਣਾ, ਦ ਵੁੱਡ ਇਜ਼ ਦ ਸਪੀਕਰ ਆਫ ਦ ਪੋਇਮ, ਠੀਕ ਹੈ। ਇਹ ਆਨਸਰ ਆ ਜਾਣਾ ਇਹਦਾ। ਡੀ, what is the prayer of the woods to the human beings। ਕਹਿੰਦੇ ਵੁੱਡਸ ਦੀ ਕੀ ਪ੍ਰੇਅਰ ਆ ਹਿਊਮਨ ਬੀਇੰਗਸ ਨੂੰ? ਸਾਡਾ ਆਨਸਰ ਕੀ ਆਊਗਾ? ਇੱਥੇ ਦੱਸ ਦਿੰਨੀ ਆ ਨਾ ਮੈਂ ਲਿਖ ਕੇ। ਆਨਸਰ ਆਊਗਾ ਦ, ਇੱਥੋਂ ਸਟਾਰਟ ਕਰਨਾ, ਦ prayer of the woods to the human beings is that they should not harm them, ਕਿ ਇਹਨਾਂ ਨੂੰ, ਦਰਖਤਾਂ ਨੂੰ ਹਾਰਮ ਨਹੀਂ ਕਰਨਾ ਚਾਹੀਦਾ। ਸੋ ਦਿਸ ਇਜ਼ ਦਾ ਆਨਸਰ, ਠੀਕ ਹੈ। ਇੱਦਾਂ ਦੇ ਹੀ ਸਟੈਂਜਾਜ਼ ਹੁੰਦੇ ਆ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਆਉਣੇ ਆ, ਔਰ ਘਬਰਾਉਣਾ ਬਿਲਕੁਲ ਨਹੀਂ ਆ। ਦੇਖੋ ਹੁਣ ਅਸੀਂ ਆਹ ਲਾਈਨਸ ਰੀਡ ਕੀਤੀਆਂ ਸੀ ਤੇ ਸਾਨੂੰ ਸਟੈਂਜਾ ਕਰਨਾ ਈਜ਼ੀ ਹੋ ਗਿਆ।
ਇਸੇ ਹੀ ਤਰ੍ਹਾਂ ਬਸ ਪੋਇਮ ਦੇ ਵਿੱਚ ਸਟੈਂਜਰਸ ਆਉਂਦੇ। ਇਸ ਪੋਇਮ ਦੇ ਵਿੱਚ ਆਹ ਕੁਐਸਚਨ ਹੈ ਨਹੀਂ ਸੀ ਰਾਈਟ ਦ ਨੇਮ ਆਫ ਦ ਪੋਇਮ ਐਂਡ ਦ ਪੋਇਟ, ਬਟ ਬਾਕੀ ਪੋਇਮਸ ਦੇ ਵਿੱਚ ਜ਼ਰੂਰ ਹੁੰਦਾ। ਸੋ ਬੀ ਕੇਅਰਫੁਲ ਅਬਾਊਟ ਇਟ। ਸਮ ਟਾਈਮ ਉਹ ਇਸ ਪੋਇਮ ਦੇ ਵਿੱਚ ਵੀ ਲਿਖ ਦਿੰਦੇ ਆ ਕਿ ਕੌਣ ਹੈ ਇਹਦਾ ਰਾਈਟਰ। ਤੁਸੀਂ ਧਿਆਨ ਰੱਖਣਾ ਇਹਦਾ ਆਨਸਰ ਕੀ ਲਿਖਣਾ ਕਿ ਇਸ ਪੋਇਮ ਦਾ ਰਾਈਟਰ ਜਿਹੜਾ ਆ, ਰਾਈਟਰ ਆਈ ਮੀਨ ਪੋਇਟ ਜਿਹੜਾ ਆ ਉਹ ਅਨਨੋਨ ਆ, ਠੀਕ ਹੈ, ਜਿਹਦੇ ਬਾਰੇ ਸਾਨੂੰ ਨਹੀਂ ਪਤਾ। ਸੋ ਇਹ ਸੀ ਸਾਡੀ ਫਰਸਟ ਪੋਇਮ। ਤੁਹਾਨੂੰ ਸਾਰੀ ਪੂਰੀ ਤਰ੍ਹਾਂ ਸਮਝ ਲੱਗ ਗਈ ਆ? ਜੇ ਨਹੀਂ ਲੱਗੀ ਮੈਨੂੰ ਕਮੈਂਟਸ 'ਚ ਦੱਸਿਓ, ਜੇ ਲੱਗ ਗਈ ਆ ਮੈਨੂੰ ਤਾਂ ਵੀ ਦੱਸਿਓ।